ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਛੋਟੀਆਂ ਖਬਰਾਂ ਦੇ ਉੱਪਰ। ਵਰਕ ਪਰਮਿਟ ਦੇ ਬਾਰੇ ਆਈ ਵੱਡੀ ਖਬਰ। ਹੁਣ IRCC ਕਰੇਗਾ ਇਸ ਵਿੱਚ ਬਦਲਾਵ। ਬਾਰਡਰ ਟੱਪਣ ਵਾਲਿਆਂ ਨੂੰ ਸਖਤ ਚੇਤਾਵਨੀ, ਬਾਰਡਰ ਪਾਰ ਕਰਨਾ ਹੋਵੇਗਾ ਔਖਾ। ਜੰਗਲ ਦੀ ਅੱਗ ਹੋਈ ਬੇਕਾਬੂ, ਫੌਜ ਕਰ ਰਹੀ ਹੈ ਇਸ ਵਿੱਚ ਮਦਦ। ਪੁਲਿਸ ਅਫਸਰਾਂ ਤੇ ਚੱਲੀਆਂ ਗੋਲੀਆਂ, ਇੱਕ ਅਫਸਰ ਦੀ ਗਈ ਜਾਨ, 2 ਜਣੇ ਜ਼ਖਮੀ। ਟਰੂਡੋ ਦੀ ਇਮੀਗ੍ਰੇਸ਼ਨ ਪਾਲਿਸੀ ਦਾ ਹੋਇਆ ਵਿਰੋਧ, ਕਿਊਬੈਕ ਸੂਬੇ ਨੇ ਕੀਤੀ ਨਾ। ਵਰਕ ਪਰਮਿਟ ਦੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ IRCC ਵੱਲੋਂ ਦੱਸਿਆ ਗਿਆ ਕਿ ਇਸ ਸੰਬੰਧੀ ਉਹਨਾਂ ਵੱਲੋਂ ਹੁਣ ਕੀ ਨਵੇਂ ਕਦਮ ਚੁੱਕੇ ਜਾਣਗੇ। ਇੱਕ ਯੋਜਨਾ ਉਹਨਾਂ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ, ਜਿਸ ਦਾ IRCC ਵੱਲੋਂ ਪਹਿਲਾਂ ਹੀ ਜ਼ਿਕਰ ਕੀਤਾ ਗਿਆ ਸੀ। ਕੁਝ ਫੋਰਨ ਵਰਕਰਸ ਵਾਸਤੇ ਇਹ ਨਵੇਂ ਨਿਯਮ ਲਿਆਂਦੇ ਜਾ ਸਕਦੇ ਹਨ। ਕੀ ਹਨ ਇਸ ਬਾਰੇ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। IRCC ਵੱਲੋਂ ਵਰਕ ਪਰਮਿਟ ਦੇ ਸੰਬੰਧ ਵਿੱਚ ਹੁਣ ਨਵੇਂ ਕਦਮ ਚੁੱਕੇ ਜਾਣਗੇ, ਜਿਸ ਬਾਰੇ ਉਹਨਾਂ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਜੀ ਹਾਂ, ਹਾਲ ਹੀ 'ਚ ਆਈ ਇੱਕ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਕੁਝ ਫੋਰਨ ਵਰਕਰਸ ਵਾਸਤੇ ਵਰਕ ਪਰਮਿਟ ਦੇ ਸੰਬੰਧ ਵਿੱਚ ਹੁਣ ਨਵੇਂ ਮੈਥਡਸ ਲਿਆਂਦੇ ਜਾਣਗੇ। ਇਹ ਮੈਥਡ ਦਸੰਬਰ 2022 ਦੇ ਵਿੱਚ ਪ੍ਰਪੋਜ਼ ਕੀਤੇ ਗਏ। ਇਹ ਨਿਯਮ ਉਹਨਾਂ ਦੇ ਉੱਪਰ ਲਾਗੂ ਹੋਵੇਗਾ ਜਿਹੜੇ ਫੋਰਨ ਵਰਕਰਸ ਕੋਲ ਕੈਨੇਡਾ ਦੇ ਵਿੱਚ ਪਹਿਲਾਂ ਹੀ ਵਰਕ ਪਰਮਿਟ ਹੈ। ਫਿਲਹਾਲ IRCC ਵੱਲੋਂ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਅਜੇ ਇਸ ਸੰਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ IRCC ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਨਵੈਂਟਰੀਜ਼ ਨੂੰ ਘੱਟ ਕਰਨ ਸੰਬੰਧੀ ਇਹ ਯੋਜਨਾ ਲਿਆਂਦੀ ਜਾ ਰਹੀ ਹੈ। ਇਹ IRCC ਦੇ ਐਕਸ਼ਨ ਪਲਾਨ ਦਾ ਹੀ ਹਿੱਸਾ ਹੈ। ਇਸ ਤੋਂ ਇਲਾਵਾ ਜੋ ਅੰਕੜਾ ਜਾਰੀ ਕੀਤਾ ਗਿਆ, ਉੱਥੇ ਦੱਸਿਆ ਗਿਆ ਕਿ ਜਨਵਰੀ 2017 ਤੋਂ ਲੈ ਕੇ 31 ਅਗਸਤ 2022 ਤੱਕ IRCC ਨੂੰ ਇਸ ਸੰਬੰਧੀ 71,955 ਅਰਜ਼ੀਆਂ ਮਿਲੀਆਂ ਹਨ। ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਸ ਵਾਸਤੇ ਕੌਣ ਅਪਲਾਈ ਕਰ ਸਕਦੇ ਨੇ। ਵੈਬਸਾਈਟ ਦੇ ਉੱਪਰ ਇਸ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਮਰੀਕਾ ਮੈਕਸੀਕੋ ਬਾਰਡਰ ਦੇ ਉੱਪਰ ਅੱਜ ਸਥਿਤੀ ਬਦਲਣ ਵਾਲੀ ਹੈ। ਟਾਈਟਲ 42 ਖਤਮ ਹੋਣ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਨੇ ਟਾਈਟਲ 8 ਲਾਗੂ ਕਰਨ ਜਾ ਰਹੀ ਹੈ। ਜੀ ਹਾਂ, ਅਜਿਹੇ ਦੇ ਵਿੱਚ ਬਾਰਡਰ ਸਿਕਿਉਰਿਟੀ ਵੱਲੋਂ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਵੱਲੋਂ ਬਾਰਡਰ ਟੱਪਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਜਿਹੜੇ ਹੁਣ 11 ਮਈ ਤੋਂ ਬਾਅਦ ਬਾਰਡਰ ਟੱਪਣਗੇ ਉਹ ਅਸਾਈਲਮ ਨਹੀਂ ਲੈ ਸਕਦੇ। ਅਮਰੀਕਾ ਮੈਕਸੀਕੋ ਬਾਰਡਰ ਗੈਰ ਕਾਨੂੰਨੀ ਤਰੀਕੇ ਨਾਲ ਪਾਰ ਕਰਨ ਵਾਲਿਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਦਾ ਕਹਿਣਾ ਹੈ ਕਿ ਟਾਈਟਲ 42 ਖਤਮ ਹੋਣ ਤੋਂ ਬਾਅਦ ਜਿਹੜੇ ਵੀ ਬਾਰਡਰ ਟੱਪਣਗੇ ਉਹ ਅਸਾਈਲਮ ਨਹੀਂ ਲੈ ਸਕਦੇ। ਜੀ ਹਾਂ, ਅੱਜ ਟਾਈਟਲ 42 ਖਤਮ ਹੋਣ ਜਾ ਰਿਹਾ, ਜਿਸ ਤੋਂ ਪਹਿਲਾਂ ਬਾਈਡਨ ਪ੍ਰਸ਼ਾਸਨ ਵੱਲੋਂ ਟਾਈਟਲ 8 ਲਾਗੂ ਕੀਤਾ ਜਾ ਰਿਹਾ ਹੈ। ਅੰਕੜੇ ਦੱਸਦੇ ਨੇ ਕਿ ਇੱਕ ਦਿਨ ਦੇ ਵਿੱਚ 11,000 ਲੋਕਾਂ ਵੱਲੋਂ ਬਾਰਡਰ ਟੱਪਿਆ ਗਿਆ, ਜਿਸ ਤੋਂ ਬਾਅਦ ਹੋਮਲੈਂਡ ਸਿਕਿਉਰਿਟੀ ਸੈਕਟਰੀ ਦਾ ਇਸ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਵੱਲੋਂ ਮਾਈਗ੍ਰੈਂਟਸ ਨੂੰ ਚੇਤਾਵਨੀ ਦਿੱਤੀ ਗਈ ਹੈ। ਇਹ ਉਹ ਮਾਈਗ੍ਰੈਂਟਸ ਹਨ ਜੋ ਕਿ ਅਮਰੀਕਾ ਵਿੱਚ ਦਾਖਲਾ ਮੰਗ ਰਹੇ ਨੇ। ਇਸ ਬਾਰੇ ਸੈਕਟਰੀ ਦਾ ਕਹਿਣਾ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡੇ ਬਾਰਡਰ ਅਜੇ ਵੀ ਨਹੀਂ ਖੁੱਲੇ। ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਬਾਰਡਰ ਦੇ ਉੱਪਰ ਬੈਠੇ ਇੰਤਜ਼ਾਰ ਕਰ ਰਹੇ ਨੇ ਕਿ ਜਿਵੇਂ ਹੀ ਟਾਈਟਲ 42 ਖਤਮ ਹੁੰਦਾ ਹੈ ਤਾਂ ਉਹਨਾਂ ਨੂੰ ਅਮਰੀਕਾ ਵਿੱਚ ਦਾਖਲਾ ਮਿਲ ਜਾਵੇਗਾ। ਪਰ ਇਸ ਤੋਂ ਪਹਿਲਾਂ ਹੀ ਬਾਰਡਰ ਦੇ ਉੱਪਰ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ। ਫੌਜ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਸਥਿਤੀ ਨੂੰ ਕਾਬੂ ਵਿੱਚ ਕੀਤਾ ਜਾ ਸਕੇ। ਮੌਜੂਦਾ ਸਮੇਂ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਕੋਲ 26,000 ਦੇ ਕਰੀਬ ਮਾਈਗ੍ਰੈਂਟਸ ਹਨ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਬਾਰਡਰ ਟੱਪ ਕੇ ਵੀ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹਨਾਂ ਦੀ ਵਾਰੀ ਆਵੇ। ਇਮੀਗ੍ਰੇਸ਼ਨ ਬਾਰੇ ਇੱਕ ਖਾਸ ਜਾਣਕਾਰੀ ਸਾਹਮਣੇ ਹੈ, ਜਿੱਥੇ ਬਾਈਡਨ ਪ੍ਰਸ਼ਾਸਨ ਤੋਂ ਸਵਾਲ ਪੁੱਛੇ ਗਏ ਨੇ। ਹੁਣ ਇਮੀਗ੍ਰੇਸ਼ਨ ਦੇ ਕਿਹੜੇ ਮੁੱਦੇ ਦਾ ਜ਼ਿਕਰ ਹੋਇਆ ਤੇ ਸਰਕਾਰ ਤੋਂ ਕੀ ਸਵਾਲ ਪੁੱਛੇ ਜਾ ਰਹੇ ਨੇ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਇਮੀਗ੍ਰੇਸ਼ਨ ਨੂੰ ਲੈ ਕੇ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਚਿਪ ਰॉय ਵੱਲੋਂ ਇਮੀਗ੍ਰੇਸ਼ਨ ਦਾ ਮੁੱਦਾ ਚੁੱਕਿਆ ਗਿਆ। ਉਹਨਾਂ ਵੱਲੋਂ ਸਿਕਿਉਰ ਦ ਬਾਰਡਰ ਐਕਟ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਹੋਰ ਵੀ ਕਈ ਮੁੱਦਿਆਂ ਦੇ ਉੱਪਰ ਉਹ ਗੱਲ ਕਰਦੇ ਹੋਏ ਦਿਖਾਈ ਦਿੱਤੇ। Pleased to yield 3 minutes to the gentleman from Texas, Mr. Roy, one of the moving forces behind this bill. The gentleman is recognized. I thank the gentleman from California. We're here today because of the abject failure of the administration to do its fundamental duty to protect the United States. We have a wide open border, empowering cartels, empowering China to the detriment of the American citizens and to the migrants that seek to come here, supposedly in the name of compassion. But that is in the false name of compassion. Dead migrants lying along the Rio Grande and in ranches in South Texas. The extent to which migrants suffer in the Texas heat, 53 dying in a tractor trailer last summer in San Antonio. Thousands being sold into the sex trafficking trade, being used as crass political pawns by a party devoid of anything substantive to take this country forward. But Republicans are standing up strongly to make sure that this country will stand for the rule of law,
that sets our country apart around the globe and attracts so many to want to come here. Border Patrol right now apprehended over 10,000 migrants on both Monday and 11,000 Tuesday, the highest single-day totals ever recorded. 26,000 gotaways, 660,000 migrants waiting in Mexico. The president of Guatemala confirming 80,000 Venezuelan migrants are traveling to the U.S. ahead of Title 42's expiration. 15,000 Venezuelan migrants crossed into Brownsville. Border Patrol Chief Raul Ortiz said he estimates 60,000 to 65,000 migrants are in northern Mexico. I got a text from a local law enforcement yesterday saying, quote, "We are almost at Broken Arrow. Every sector is near 150% capacity. DHS is calling for border agents from other north and coast sectors to help at the southern border." The first 550 in a group of 1,500 service members of the Army and Marines were set to arrive. A shootout between the Mexican Army and human smugglers erupted at the Far Reynosa International Bridge. Schools in El Paso are adding more security. El Paso ran out of shelter. El Paso declared an emergency. Brownsville declared an emergency. Laredo declared an emergency. ਬੇਘਰ ਲੋਕਾਂ ਵਾਸਤੇ ਆਵਾਜ਼ ਉੱਠੀ ਹੈ, ਜਿੱਥੇ ਦੱਸਿਆ ਗਿਆ ਕਿ ਬੇਘਰ ਲੋਕਾਂ ਨੂੰ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਹੜੀਆਂ ਦਿੱਕਤਾਂ ਉਹਨਾਂ ਨੂੰ ਆ ਰਹੀਆਂ ਨੇ, ਉਸ ਦਾ ਵਿਸ਼ੇਸ਼ ਤੌਰ ਦੇ ਉੱਪਰ ਮੁੱਦਾ ਚੁੱਕਿਆ ਗਿਆ। ਬੇਘਰ ਲੋਕਾਂ ਦੇ ਬਾਰੇ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਐਰਿਕ ਐਡਮਸ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ ਹਨ। ਬੇਘਰ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਨੇ ਤੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ। Well, I think that there were a bunch of names that on the initial release are not on the current one, and they could be doing this in phases, roll out. I think the only story that people wrote was Eric's name, but if you do an analysis of the initial and current, you'll see there are a couple of names. So I don't know what their plans are, but let's be clear. Biden is my guy. You know, I want Biden to be the next president, get reelected. I made that clear. And, you know, people look at the issues around asylum seekers. Listen, I don't agree myself all the time. In those areas that I disagree, I'm going to say so. And that's the type of friend you want. You don't want a friend that's going to agree with you just to agree. You want a friend that is going to be honest and candid. And I've made it clear, no matter what committee I am on, there's only one committee that means the most to me, and that's the committee of the mayor of the city of New York. I'm going to speak on behalf of this city that I was elected to serve. And so I think that, you know, our relationship is a good one. And I think if you ask him, he'll tell you, you know, Eric is my guy. You know, we have a good relationship. I like him, and I think he likes me also. ਅਮਰੀਕਾ ਮੈਕਸੀਕੋ ਬਾਰਡਰ ਦੇ ਉੱਪਰ ਅੱਜ ਤੋਂ ਸਖਤੀ ਹੋਣ ਜਾ ਰਹੀ ਹੈ। ਅਜਿਹੇ ਦੇ ਵਿੱਚ 11 ਮਈ ਤੋਂ ਪਹਿਲਾਂ 11,000 ਦੇ ਕਰੀਬ ਲੋਕਾਂ ਵੱਲੋਂ ਬਾਰਡਰ ਟੱਪਿਆ ਗਿਆ। ਹੈਰਾਨ ਕਰਨ ਵਾਲੇ ਆંકੜੇ ਸਾਹਮਣੇ ਆਏ ਨੇ। ਬਾਰਡਰ ਦੇ ਉੱਪਰ ਬੈਠੇ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ। ਉਹਨਾਂ ਵੱਲੋਂ ਪਰੇਸ਼ਾਨੀ ਵੀ ਦੱਸੀ ਜਾ ਰਹੀ ਹੈ। ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਨੇ। ਮੈਕਸੀਕੋ ਅਮਰੀਕਾ ਬਾਰਡਰ ਦੇ ਉੱਪਰ ਕਿਸ ਤਰ੍ਹਾਂ ਦੀ ਸਥਿਤੀ ਹੈ, ਇਸ ਬਾਰੇ ਲਗਾਤਾਰ ਅਪਡੇਟ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਅੱਜ ਟਾਈਟਲ 42 ਖਤਮ ਹੋਣ ਜਾ ਰਿਹਾ ਹੈ, ਜਿਸ ਤੋਂ ਪਹਿਲਾਂ ਟਾਈਟਲ 8 ਬਾਈਡਨ ਪ੍ਰਸ਼ਾਸਨ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਬਾਰਡਰ ਦੇ ਉੱਪਰ ਹੁਣ ਸਖਤੀ ਹੋਣ ਵਾਲੀ ਹੈ। 11 ਮਈ ਤੋਂ ਪਹਿਲਾਂ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਬਾਰਡਰ ਟੱਪਿਆ ਗਿਆ। ਜੋ ਕੈਂਪ ਸਨ, ਉੱਥੇ ਵੀ ਲੋਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮਾਈਗ੍ਰੈਂਟਸ ਵੱਲੋਂ ਇਹੀ ਲਗਾਤਾਰ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਕਿੰਨੇ ਦਿਨਾਂ ਤੋਂ ਹੀ ਇੰਤਜ਼ਾਰ ਕੀਤਾ ਜਾ ਰਿਹਾ, ਪਰ ਉਹਨਾਂ ਨੂੰ ਇੱਥੇ ਮੁਸ਼ਕਿਲ ਦੇ ਵਿੱਚ ਰਹਿਣਾ ਪੈ ਰਿਹਾ ਹੈ। ਉਧਰ ਦੂਜੇ ਪਾਸੇ ਇੱਕ ਵੱਡੀ ਅਪਡੇਟ ਸਾਹਮਣੇ ਆਈ, ਜਿਸ ਤਹਿਤ ਦੱਸਿਆ ਗਿਆ ਕਿ 11 ਮਈ ਤੋਂ ਪਹਿਲਾਂ 11,000 ਲੋਕਾਂ ਵੱਲੋਂ ਇੱਕੋ ਦਿਨ ਵਿੱਚ ਬਾਰਡਰ ਟੱਪਿਆ ਗਿਆ। ਜ਼ਿਕਰਯੋਗ ਹੈ ਕਿ ਅੱਜ 11:49 ਦੇ ਉੱਪਰ ਟਾਈਟਲ 42 ਦੀ ਮਿਆਦ ਖਤਮ ਹੋਣ ਵਾਲੀ ਹੈ, ਜਿਸ ਤੋਂ ਪਹਿਲਾਂ ਹੀ ਟਾਈਟਲ 8 ਲਾਗੂ ਕਰ ਦਿੱਤਾ ਜਾਏਗਾ। ਇਸ ਬਾਰੇ ਬਾਈਡਨ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ। ਟਾਈਟਲ 8 ਦੇ ਤਹਿਤ ਮਾਈਗ੍ਰੈਂਟਸ ਨੂੰ ਇਹ ਇਜਾਜ਼ਤ ਹੋਵੇਗੀ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਵੱਲੋਂ ਲੀਗਲ ਪਾਥਵੇਜ਼ ਦੇ ਰਾਹੀਂ ਅਪਲਾਈ ਕੀਤਾ ਜਾਵੇ। ਹੋਮਲੈਂਡ ਸਿਕਿਉਰਿਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਦਿਨ ਦੇ ਵਿੱਚ 10,000 ਦੇ ਕਰੀਬ ਮਾਈਗ੍ਰੈਂਟਸ ਰੋਜ਼ਾਨਾ ਬਾਰਡਰ ਟੱਪ ਸਕਦੇ ਨੇ ਤੇ ਬੁੱਧਵਾਰ ਨੂੰ ਇਹ ਆંકੜਾ 11,000 ਦਾ ਦਰਜ ਕੀਤਾ ਗਿਆ। ਅਜਿਹੇ ਦੇ ਵਿੱਚ ਹੁਣ ਕਈ ਲੋਕਾਂ ਅੰਦਰ ਪੈਨਿਕ ਜਿਹੀ ਸਥਿਤੀ ਬਣੀ ਹੋਈ ਹੈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇੱਕੋ ਦਿਨ ਵਿੱਚ ਹੀ 11,000 ਦੇ ਕਰੀਬ ਲੋਕਾਂ ਵੱਲੋਂ ਬਾਰਡਰ ਪਾਰ ਕੀਤਾ ਗਿਆ। ਬਾਰਡਰ ਪੈਟਰੋਲ ਏਜੰਟਸ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਚੌਂਕੀਆਂ ਭਰ ਚੁੱਕੀਆਂ ਨੇ ਤੇ ਹੁਣ ਲੋਕਾਂ ਨੂੰ ਬਾਹਰ ਬੈਠ ਕੇ ਹੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਬਹੁਤ ਸਾਰੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਨੇ। ਇਮੀਗ੍ਰੇਸ਼ਨ ਐਕਸਪਰਟਸ ਦੀ ਇਸ ਦੇ ਉੱਪਰ ਮਿਲੀ ਜੁਲੀ ਰਾਏ ਦੇਖਣ ਨੂੰ ਮਿਲ ਰਹੀ ਹੈ।
ਕਈਆਂ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਕਈਆਂ ਵੱਲੋਂ ਇਸ ਫੈਸਲੇ ਨੂੰ ਗਲਤ ਵੀ ਦੱਸਿਆ ਜਾ ਰਿਹਾ ਹੈ, ਜੋ ਕਿ ਬਾਈਡਨ ਪ੍ਰਸ਼ਾਸਨ ਵੱਲੋਂ ਐਲਾਨ ਕੀਤਾ ਗਿਆ। ਸੜਕ ਹਾਦਸੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਸੜਕ ਹਾਦਸੇ ਵਿੱਚ ਜ਼ਖਮੀ ਹੋਇਆ, ਜਿਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਅਮਰੀਕਾ ਤੋਂ ਪੰਜਾਬੀ ਭਾਈਚਾਰੇ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਤੇ ਉਹ ਪੰਜਾਬ ਦੇ ਵਿੱਚ ਮਾਪਿਆਂ ਦਾ ਇਕੱਲਾ ਪੁੱਤ ਦੱਸਿਆ ਗਿਆ। ਅਧਿਕਾਰੀਆਂ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਮੁਤਾਬਕ ਨੌਜਵਾਨ ਦੀ ਮੌਤ ਸੜਕ ਹਾਦਸੇ ਵਿੱਚ ਗਈ ਹੈ। ਇਸ ਨੌਜਵਾਨ ਦਾ ਨਾਮ ਰਸਾਲ ਸਿੰਘ ਦੱਸਿਆ ਗਿਆ, ਜੋ ਕਿ ਪੰਜਾਬ ਦੇ ਕਸਬਾ ਚੋਗਾਵਾਂ ਦੇ ਨਾਲ ਸੰਬੰਧਿਤ ਸੀ। ਪਰਿਵਾਰਕ ਮੈਂਬਰਾਂ ਵੱਲੋਂ ਇਸ ਮੌਕੇ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਇਸ ਨੌਜਵਾਨ ਦੇ ਬਾਰੇ ਗੱਲ ਕਰਦਿਆਂ ਦੱਸਿਆ ਗਿਆ ਕਿ ਜਿਹੜਾ ਭਿਆਨਕ ਸੜਕ ਹਾਦਸਾ ਵਾਪਰਿਆ, ਉਸ ਵਿੱਚ ਇਹ ਨੌਜਵਾਨ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ ਸੀ। ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਅਮਰੀਕਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਇੱਥੇ ਉਸ ਦੀ ਜਾਨ ਨਹੀਂ ਬਚ ਸਕੀ ਤੇ ਨੌਜਵਾਨ ਨੇ ਦਮ ਤੋੜ ਦਿੱਤਾ। ਇਹ ਨੌਜਵਾਨ ਆਪਣੇ ਮਾਂ-ਬਾਪ ਦਾ ਇਕੱਲਾ ਪੁੱਤ ਸੀ, ਜੋ ਕਿ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਖਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਮੀਗ੍ਰੇਸ਼ਨ ਪਾਲਿਸੀ ਦਾ ਵਿਰੋਧ ਹੋਇਆ। ਕਿਊਬੈਕ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ, ਜਿੱਥੇ ਕਿਊਬੈਕ ਦੇ ਪ੍ਰੀਮੀਅਰ ਨੇ ਕਿਹਾ ਕਿ ਇਸ ਦੇ ਨਾਲ ਫ੍ਰੈਂਚ ਭਾਸ਼ਾ ਨੂੰ ਖਤਰਾ ਹੈ। ਪਾਲਿਸੀ ਦੇ ਬਾਰੇ ਉਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਉਹਨਾਂ ਵੱਲੋਂ ਹੋਰ ਕੀ ਕੁਝ ਜ਼ਿਕਰ ਕੀਤਾ ਗਿਆ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਟਰੂਡੋ ਦੇ ਇਮੀਗ੍ਰੇਸ਼ਨ ਪਲਾਨ ਨੂੰ ਨਕਾਰਿਆ ਗਿਆ। ਅਜਿਹਾ ਕਿਊਬੈਕ ਸਰਕਾਰ ਨੇ ਕੀਤਾ ਹੈ। ਜੀ ਹਾਂ, ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇਹ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਕੈਨੇਡਾ ਦੀ ਇਮੀਗ੍ਰੇਸ਼ਨ ਵਧਾਉਣ ਦੀ ਯੋਜਨਾ ਕਿਊਬੈਕ ਦੇ ਰਾਜਨੀਤਿਕ ਵਰਗ ਵਿੱਚ ਡਰ ਪੈਦਾ ਕਰ ਰਹੀ ਹੈ। ਸੂਬੇ ਦਾ ਇਸ ਬਾਰੇ ਕਹਿਣਾ ਹੈ ਕਿ ਇਸ ਨਾਲ ਦੇਸ਼ ਦੇ ਵਿੱਚ ਕਿਊਬੈਕ ਦਾ ਪ੍ਰਭਾਵ ਘੱਟ ਹੋਵੇਗਾ ਤੇ ਫ੍ਰੈਂਚ ਨੂੰ ਸੁਰੱਖਿਅਤ ਰੱਖਣ ਵਿੱਚ ਮੁਸ਼ਕਿਲ ਪੈਦਾ ਹੋਵੇਗੀ। ਕਿਊਬੈਕ ਦੀ ਅਸੈਂਬਲੀ ਦੇ ਮੈਂਬਰਾਂ ਨੇ ਇਸ ਮਤੇ ਨੂੰ ਮਨਜ਼ੂਰ ਕੀਤਾ, ਜਿਸ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਯੋਜਨਾ ਨੂੰ ਕਿਊਬੈਕ ਵਿੱਚ ਫ੍ਰੈਂਚ ਦੀ ਸੁਰੱਖਿਆ ਨਾਲ ਅਸੰਗਤ ਐਲਾਨ ਕੀਤਾ ਗਿਆ। ਨਾਲ ਹੀ ਸੂਬੇ ਨੇ ਕਿਹਾ ਕਿ ਉਹਨਾਂ ਕੋਲ ਆਪਣੀ ਇਮੀਗ੍ਰੇਸ਼ਨ ਤੇ ਪੂਰਾ ਨਿਯੰਤਰਣ ਹੋਣਾ ਚਾਹੀਦਾ ਹੈ। ਪ੍ਰੀਮੀਅਰ ਨੇ ਇਸ ਬਾਰੇ ਕਿਹਾ ਕਿ ਕਿਊਬੈਕ ਨਵੇਂ ਆਉਣ ਵਾਲਿਆਂ ਨੂੰ ਸਹੀ ਢੰਗ ਨਾਲ ਕਿਊਬੈਕ ਕਲਚਰ ਵਿੱਚ ਸ਼ਾਮਿਲ ਕਰਨ, ਘਰ ਬਣਾਉਣ ਅਤੇ ਸਿੱਖਿਆ ਦੇਣ ਦੀਆਂ ਲੋੜਾਂ ਦੇ ਮੱਦੇਨਜ਼ਰ ਇਮੀਗ੍ਰੇਸ਼ਨ ਵਿੱਚ ਵੱਡੇ ਵਾਧੇ ਨੂੰ ਸਵੀਕਾਰ ਨਹੀਂ ਕਰੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੌਰਾਨ ਕਿਹਾ ਕਿ ਉਹਨਾਂ ਦੀ ਸਰਕਾਰ ਦੀ ਸਾਲ 2025 ਤੱਕ ਹਰ ਸਾਲ 5 ਲੱਖ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਪੱਕੇ ਕਰਨ ਦੀ ਯੋਜਨਾ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਅਤੇ ਵਿਕਾਸ ਪੈਦਾ ਕਰਨ ਵਾਸਤੇ ਜ਼ਰੂਰੀ ਹੈ। ਜਿਸ ਵੇਲੇ ਪ੍ਰੀਮੀਅਰ ਇਹਨਾਂ ਇਮੀਗ੍ਰੇਸ਼ਨ ਦੀਆਂ ਸ਼ਕਤੀਆਂ ਨੂੰ ਲੈ ਕੇ ਫੈਡਰਲ ਸਰਕਾਰ ਨਾਲ ਉਲਝ ਰਹੇ ਹਨ, ਉਸੇ ਵੇਲੇ ਉਹਨਾਂ ਅਸਥਾਈ ਪ੍ਰਵਾਸੀਆਂ ਦੀ ਵੱਧ ਗਿਣਤੀ ਬਹੁਤ ਬਾਬਤ ਘਰੇਲੂ ਪੱਧਰ ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਿਹੜੇ ਸੂਬਾਈ ਟਾਰਗੇਟ ਵਿੱਚ ਸ਼ਾਮਲ ਨਹੀਂ ਹਨ। ਕਿਊਬੈਕ ਦੇ ਅਧਿਕਾਰਤ ਇਮੀਗ੍ਰੇਸ਼ਨ ਗਿਣਤੀ ਪ੍ਰਤੀ ਸਾਲ ਲਗਭਗ 50,000 ਲੋਕਾਂ ਤੇ ਨਿਰਧਾਰਿਤ ਕੀਤੀ ਗਈ ਹੈ, ਪਰ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਅਸਥਾਈ ਵਿਦੇਸ਼ ਕਾਮਿਆਂ, ਹੁਨਰਮੰਦ ਕਾਮਿਆਂ ਜਾਂ ਫਿਰ ਵਿਦਿਆਰਥੀਆਂ ਦੇ ਤੌਰ ਤੇ ਸੂਬੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਵੱਧ ਗਿਣਤੀ ਕਰਕੇ ਅਸਲ ਗਿਣਤੀ ਉਕਤ ਗਿਣਤੀ ਨਾਲੋਂ ਕਿਤੇ ਜ਼ਿਆਦਾ ਹੈ। ਭਾਰਤ ਤੇ ਕੈਨੇਡਾ ਦੇ ਆਪਸ ਦੇ ਵਿੱਚ ਕੁਝ ਮੁੱਦਿਆਂ ਦੇ ਉੱਪਰ ਵਿਚਾਰ ਹੋਏ ਨੇ, ਜਿੱਥੇ ਆਟਵਾ ਦੇ ਵਿੱਚ ਇੱਕ ਬੈਠਕ ਦੌਰਾਨ ਹਿੱਸਾ ਲਿਆ ਗਿਆ। ਕੁਝ ਖਾਸ ਮੁੱਦਿਆਂ ਦਾ ਜ਼ਿਕਰ ਹੋਇਆ ਹੈ ਤੇ ਆਰਥਿਕਤਾ ਦੇ ਬਾਰੇ ਵੀ ਗੱਲਬਾਤ ਕੀਤੀ ਗਈ ਹੈ। ਕੈਨੇਡਾ ਅਤੇ ਭਾਰਤ ਦਰਮਿਆਨ ਕੁਝ ਖਾਸ ਮੁੱਦਿਆਂ ਦੇ ਉੱਪਰ ਚਰਚਾ ਹੋਈ ਹੈ, ਜਿੱਥੇ ਵਪਾਰ ਅਤੇ ਇਨਵੈਸਟਮੈਂਟ ਸੰਬੰਧੀ ਗੱਲਬਾਤ ਕੀਤੀ ਗਈ ਹੈ। ਭਾਰਤੀ ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਭਾਰਤ ਦੇ ਵਿੱਚ ਨਿਵੇਸ਼ ਦਾ ਸੱਦਾ ਦਿੱਤਾ ਗਿਆ। ਜੀ ਹਾਂ, ਕੈਨੇਡਾ ਤੇ ਭਾਰਤ ਵਿਚਕਾਰ ਵਪਾਰ ਅਤੇ ਇਨਵੈਸਟਮੈਂਟ ਸੰਬੰਧੀ ਆਟਵਾ ਵਿੱਚ ਹੋਈ ਵਾਰਤਾ ਸੰਪੰਨ ਹੋ ਗਈ। 6ਵੇਂ ਮਿਨਿਸਟਰੀਅਲ ਡਾਇਲੌਗ ਔਨ ਟ੍ਰੇਡ ਐਂਡ ਇਨਵੈਸਟਮੈਂਟ ਦੌਰਾਨ ਭਾਰਤ ਦੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਕੈਨੇਡਾ ਦੀ ਮਿਨਿਸਟਰ ਆਫ ਟ੍ਰੇਡ ਮੈਰੀ ਨੇ ਹਿੱਸਾ ਲਿਆ। ਦੋਵੇਂ ਦੇਸ਼ਾਂ ਦੇ ਮੰਤਰੀਆਂ ਨੇ ਕੈਨੇਡਾ ਅਤੇ ਭਾਰਤ ਦਰਮਿਆਨ ਵਪਾਰਕ ਅਤੇ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਬੋਲਦਿਆਂ ਮਿਨਿਸਟਰ ਮੈਰੀ ਨੇ ਕਿਹਾ ਕਿ ਉਹ ਅਗਸਤ 2023 ਵਿੱਚ ਭਾਰਤ ਅੰਦਰ ਹੋਣ ਵਾਲੀ G20 ਵਪਾਰ ਮੀਟਿੰਗ ਵਿੱਚ ਹਿੱਸਾ ਲੈਣ ਲਈ ਉਤਸੁਕ ਹਨ। ਦੱਸਦੀਏ ਕਿ ਭਾਰਤ ਕੈਨੇਡਾ ਦਾ ਵਸਤੂਆਂ ਦਾ ਦਵੱਲਾ ਵਪਾਰ ਸਾਲ 2022 ਵਿੱਚ ਲਗਭਗ 8.2 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ। ਸਾਲ 2021 ਦੇ ਮੁਕਾਬਲੇ ਇਸ ਵਿੱਚ ਲਗਭਗ 25% ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ ਦੋਵੇਂ ਦੇਸ਼ਾਂ ਦੇ ਮੰਤਰੀਆਂ ਨੇ ਦਵੱਲੇ ਸੰਬੰਧਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਗੱਲਬਾਤ ਦੌਰਾਨ ਬੁਨਿਆਦੀ ਢਾਂਚੇ ਦੇ ਵਿਕਾਸ ਵਾਸਤੇ ਸਾਫ਼ ਸੁਥਰੀ ਟੈਕਨੋਲੋਜੀ, ਨਾਜ਼ੁਕ ਖਣਿਜ ਅਤੇ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ।
ਇਸ ਮਿਨਿਸਟਰੀਅਲ ਡਾਇਲੌਗ ਦੇ ਵਿੱਚ ਜਿੱਥੇ ਮੈਮੋਰੈਂਡਮ ਆਫ ਯੂਨੀਅਨ ਰਾਹੀਂ ਸੂਚਨਾ ਦੇ ਆਦਾਨ ਪ੍ਰਦਾਨ ਉੱਪਰ ਸਹਿਮਤੀ ਹੋਈ, ਉੱਥੇ ਹੀ ਕੈਨੇਡਾ ਭਾਰਤ CEO ਫੋਰਮ ਨੂੰ ਦੁਬਾਰਾ ਸ਼ੁਰੂ ਕਰਨ ਦੀ ਸਹਿਮਤੀ ਵੀ ਪ੍ਰਗਟਾਈ ਗਈ। ਕੈਨੇਡੀਅਨ ਫੈਡਰਲ ਮਿਨਿਸਟਰ ਮੈਰੀ ਨੇ ਐਲਾਨ ਕੀਤਾ ਕਿ ਉਹ ਅਕਤੂਬਰ 2023 ਦੇ ਵਿੱਚ ਇੱਕ ਟੀਮ ਦੇ ਨਾਲ ਵਪਾਰ ਮਿਸ਼ਨ ਦੀ ਅਗਵਾਈ ਕਰਦਿਆਂ ਭਾਰਤ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਅਤੇ ਇਨਵੈਸਟਮੈਂਟ ਸੰਬੰਧਾਂ ਨੂੰ ਅੱਗੇ ਵਧਾਇਆ ਜਾਵੇਗਾ। ਦੱਸ ਦਈਏ ਕਿ ਭਾਰਤੀ ਕੇਂਦਰੀ ਮੰਤਰੀ ਗੋਇਲ ਵੱਲੋਂ ਆਪਣੀ ਕੈਨੇਡਾ ਫੇਰੀ ਦੌਰਾਨ 1985 ਦੇ ਏਅਰ ਇੰਡੀਆ ਉਡਾਨ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਇਲਾਵਾ ਇੰਡੋ ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਗਈ। ਓਨਟਾਰੀਓ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਪੁਲਿਸ ਅਫਸਰਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਗੋਲੀ ਲੱਗਣ ਕਾਰਨ ਇੱਕ ਅਫਸਰ ਦੀ ਜਾਨ ਚਲੀ ਗਈ ਤੇ 2 ਜਣੇ ਜ਼ਖਮੀ ਹੋਏ ਨੇ, ਜਿਸ ਬਾਰੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਓਨਟਾਰੀਓ ਦੇ ਇੱਕ ਹਿੱਸੇ ਦੇ ਵਿੱਚ ਗੋਲੀਬਾਰੀ ਹੋਈ ਹੈ ਜਿੱਥੇ OPP ਅਫਸਰ ਦੀ ਜਾਨ ਚਲੀ ਗਈ ਤੇ 2 ਪੁਲਿਸ ਕਰਮੀ ਜ਼ਖਮੀ ਵੀ ਦੱਸੇ ਗਏ ਨੇ। ਜੀ ਹਾਂ, ਓਨਟਾਰੀਓ ਦੇ ਇੱਕ ਹਿੱਸੇ ਦੇ ਵਿੱਚ ਗੋਲੀਬਾਰੀ ਹੋਈ ਹੈ ਜਿੱਥੇ ਓਨਟਾਰੀਓ ਪ੍ਰੋਵਿਜ਼ਨਲ ਪੁਲਿਸ ਦੇ ਇੱਕ ਅਫਸਰ ਦੀ ਮੌਤ ਹੋ ਗਈ, ਜਦਕਿ 2 ਹੋਰ ਜ਼ਖਮੀ ਦੱਸੇ ਜਾ ਰਹੇ ਨੇ। ਓਨਟਾਰੀਓ ਪੁਲਿਸ ਦੇ ਕਮਿਸ਼ਨਰ ਨੇ ਦੱਸਿਆ ਕਿ ਮ੍ਰਿਤਕ ਪੁਲਿਸ ਅਫਸਰ ਦੀ ਪਹਿਚਾਣ ਸਰਜੈਂਟ ਐਰਿਕ ਦੇ ਤੌਰ ਦੇ ਉੱਪਰ ਹੋਈ ਹੈ। ਓਨਟਾਰੀਓ ਪੁਲਿਸ ਮੁਤਾਬਕ ਵੀਰਵਾਰ ਸਵੇਰੇ 2 ਵਜੇ ਬੂਜ਼ੇ ਦੀ ਲੈਵਲ ਸਟਰੀਟ ਤੇ ਸਥਿਤ ਇੱਕ ਘਰ ਦੇ ਵਿੱਚ ਗੋਲੀਆਂ ਚੱਲਣ ਦੀ ਜਾਣਕਾਰੀ ਮਿਲੀ। ਪੁਲਿਸ ਮੁਤਾਬਕ ਜਦੋਂ 3 ਪੁਲਿਸ ਅਧਿਕਾਰੀ ਉਸ ਘਰ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੀ ਗੋਲੀ ਮਾਰ ਦਿੱਤੀ ਗਈ। ਉਹਨਾਂ ਨੂੰ ਆਟਵਾ ਦੇ ਹਸਪਤਾਲ ਵਿੱਚ ਜ਼ਖਮੀ ਹਾਲਤ ਭਰਤੀ ਕਰਵਾਇਆ ਗਿਆ, ਜਿੱਥੇ ਇੱਕ ਅਧਿਕਾਰੀ ਨੇ ਦਮ ਤੋੜ ਦਿੱਤਾ। 2 ਪੁਲਿਸ ਕਰਮੀ ਅਜੇ ਵੀ ਇਲਾਜ ਅਧੀਨ ਹਨ। ਉਹਨਾਂ ਦੀ ਸਥਿਤੀ ਦੇ ਬਾਰੇ ਕੋਈ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਓਨਟਾਰੀਓ ਪੁਲਿਸ ਦਾ ਇਸ ਬਾਰੇ ਕਹਿਣਾ ਹੈ ਕਿ ਉਹਨਾਂ ਵੱਲੋਂ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਆਮ ਜਨਤਾ ਵਾਸਤੇ ਕੋਈ ਖਤਰਾ ਨਹੀਂ ਹੈ। ਇਸ ਮਾਮਲੇ ਵਿੱਚ ਆਟਵਾ ਪੁਲਿਸ ਦੇ ਅਫਸਰ ਵੀ ਸਹਾਇਤਾ ਕਰ ਰਹੇ ਹਨ। ਦੱਸ ਦਈਏ ਕਿ ਆਟਵਾ ਡਾਊਨਟਾਊਨ ਤੋਂ ਕਰੀਬ 50 ਕਿਲੋਮੀਟਰ ਪੂਰਬ ਦੇ ਵਿੱਚ ਇਹ ਘਟਨਾ ਵਾਪਰੀ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਘਟਨਾ ਦੇ ਬਾਰੇ ਟਵੀਟ ਕੀਤਾ ਗਿਆ ਤੇ ਉਹਨਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਲਬਰਟਾ ਦੇ ਵਿੱਚ ਇਸ ਸਮੇਂ ਜੰਗਲ ਦੀ ਅੱਗ ਲੱਗੀ ਹੋਈ ਹੈ। ਜੰਗਲ ਦੀ ਅੱਗ ਦੀ ਕੀ ਸਥਿਤੀ ਹੈ, ਇਸ ਬਾਰੇ ਅਧਿਕਾਰੀ ਲਗਾਤਾਰ ਅਪਡੇਟ ਜਾਰੀ ਕਰ ਰਹੇ ਨੇ। ਦੱਸ ਦਈਏ ਕਿ ਫੌਜ ਵੱਲੋਂ ਵੀ ਸਹਾਇਤਾ ਕੀਤੀ ਜਾ ਰਹੀ ਹੈ। ਕਈ ਥਾਵਾਂ ਦੇ ਉੱਪਰ ਅੱਗ ਦੇ ਉੱਪਰ ਕਾਬੂ ਪਾਉਣਾ ਔਖਾ ਹੋ ਰਿਹਾ ਹੈ, ਜਿਸ ਦਾ ਕਾਰਨ ਮੌਸਮ ਨੂੰ ਦੱਸਿਆ ਜਾ ਰਿਹਾ ਹੈ। ਅਲਬਰਟਾ ਵਿੱਚ ਜੰਗਲ ਦੀ ਅੱਗ ਦੇ ਕੀ ਹਾਲਾਤ ਬਣੇ ਹੋਏ ਨੇ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਅੱਗ ਦੇ ਉੱਪਰ ਕਾਬੂ ਪਾਉਣ ਦੇ ਵਿੱਚ ਮੌਸਮ ਕਾਰਨ ਉਹਨਾਂ ਨੂੰ ਦਿੱਕਤ ਆ ਰਹੀ ਹੈ। ਮੌਜੂਦਾ ਸਮੇਂ ਅਲਬਰਟਾ ਵਿੱਚ 9 ਫਰਸਟ ਨੇਸ਼ਨ ਕਮਿਊਨਿਟੀਜ਼ ਖਤਰੇ ਅਧੀਨ ਹਨ। ਹਾਲ ਹੀ ਦੇ ਵਿੱਚ ਜੋ ਅੰਕੜੇ ਸਾਹਮਣੇ ਆਏ ਉੱਥੇ ਦੱਸਿਆ ਗਿਆ ਕਿ 80 ਵਾਈਲਡ ਫਾਇਰਸ ਅਜੇ ਵੀ ਲੱਗੀਆਂ ਹੋਈਆਂ ਨੇ, ਜਿਨ੍ਹਾਂ ਵਿੱਚੋਂ 23 ਬੇਕਾਬੂ ਦਿਖਾਈ ਦੇ ਰਹੀਆਂ ਹਨ। ਅੰਕੜਿਆਂ ਮੁਤਾਬਕ ਜੰਗਲ ਦੀ ਅੱਗ ਦਾ ਫੈਲਾਅ 4,10,000 ਹੈਕਟੇਅਰ ਦੇ ਵਿੱਚ ਹੋ ਗਿਆ। ਮਿਲਟਰੀ ਵੱਲੋਂ ਵੀ ਇਸ ਸੰਬੰਧੀ ਮਦਦ ਕੀਤੀ ਜਾ ਰਹੀ ਹੈ ਤੇ ਅਧਿਕਾਰੀਆਂ ਵੱਲੋਂ ਵੀ ਤਾਜ਼ਾ ਅਪਡੇਟ ਜਾਰੀ ਕੀਤੀ ਗਈ। ਇਸ ਦੇ ਨਾਲ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਚੋਣ ਦੀਆਂ ਖਬਰਾਂ ਦੇ ਉੱਪਰ। ਵਰਕ ਪਰਮਿਟ ਦੇ ਬਾਰੇ ਆਈ ਵੱਡੀ ਖਬਰ, ਹੁਣ IRCC ਕਰੇਗਾ ਇਸ ਵਿੱਚ ਬਦਲਾਵ। ਬਾਰਡਰ ਟੱਪਣ ਵਾਲਿਆਂ ਨੂੰ ਸਖਤ ਚੇਤਾਵਨੀ, ਬਾਰਡਰ ਪਾਰ ਕਰਨਾ ਹੋਵੇਗਾ ਔਖਾ। ਜੰਗਲ ਦੀ ਅੱਗ ਹੋਈ ਬੇਕਾਬੂ, ਫੌਜ ਕਰ ਰਹੀ ਹੈ ਇਸ ਵਿੱਚ ਮਦਦ। ਪੁਲਿਸ ਅਫਸਰਾਂ ਤੇ ਚੱਲੀਆਂ ਗੋਲੀਆਂ, ਇੱਕ ਅਫਸਰ ਦੀ ਗਈ ਜਾਨ, 2 ਜਣੇ ਜ਼ਖਮੀ। ਟਰੂਡੋ ਦੀ ਇਮੀਗ੍ਰੇਸ਼ਨ ਪਾਲਿਸੀ ਦਾ ਹੋਇਆ ਵਿਰੋਧ, ਕਿਊਬੈਕ ਸੂਬੇ ਨੇ ਕੀਤੀ ਨਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।